ਗੁਰਦੁਆਰਾ ਸੁਧਾਰ ਲਹਿਰ ਜੋ ਐਕਟ 1925 ਦੇ ਵਿੱਚ ਪਾਸ ਹੁੰਦਾ ਹੈ, 1920 ਦੇ ਵਿੱਚ ਇਹਦੀ ਸ਼ੁਰੂਆਤ ਹੁੰਦੀ ਹੈ। ਇਹ 5 ਸਾਲ ਉਹ ਸੀ ਸੰਗਤ ਜੀ ਸਾਡੀ ਸਿੱਖਾਂ ਦੀ ਇੱਕ ਵੇਖੋ ਗੁਰੂ ਸਾਹਿਬ ਜੀ ਨੇ ਚਲੋ ਇਹਦੀ ਬਖਸ਼ਿਸ਼ ਵੀ ਜਾਣੋ ਤੇ ਕਿੰਨਾ ਸੰਘਰਸ਼ਮਈ ਜੀਵਨ ਹੈ ਕਿ ਦੇਸ਼ ਨੂੰ ਆਜ਼ਾਦ ਕਰਾਉਣ ਲਈ ਸਿੱਖਾਂ ਦੀਆਂ ਕੁਰਬਾਨੀਆਂ ਨੇ। ਪੰਜਾਬ ਨੂੰ ਪੰਜਾਬੀ ਸੂਬਾ ਬਣਾਉਣ ਦੇ ਲਈ ਜੇਲ੍ਹਾਂ ਆਪਾਂ ਕੱਟੀਆਂ ਤੇ ਆਪਾਂ ਸ਼ਹੀਦੀਆਂ ਪਾਈਆਂ ਨੇ। ਸ਼ੁਰੂ ਤੋਂ ਲੈ ਕੇ ਇਹਨੂੰ ਮੁਗਲ ਜਰਮਾਨੇ ਜਿਹੜੇ ਸੀ ਉਹ ਲੁੱਟਦੇ ਰਹੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪਰਿਵਾਰ ਵਾਰ ਕੇ ਇਹਨੂੰ ਆਜ਼ਾਦ ਕਰਵਾਇਆ। ਇੱਕ ਸਦੀ ਦਾ ਦੌਰ ਚੱਲਿਆ ਸੀ ਅਬਦਾਲੀ ਦਾ, ਨਾਦਰ ਸ਼ਾਹ ਦਾ, ਜਕੜੀਏ ਦਾ, ਮੀਰ ਮੰਨੂ ਦਾ, ਕੀ ਕੁਝ ਨਹੀਂ ਸੰਗਤਾਂ। ਉਦੋਂ 16ਵੀਂ 17ਵੀਂ 100 ਸਾਲ ਕਹਿਣ ਹੁੰਦਾ ਕਿ ਸਿੱਖਾਂ ਨੇ ਘਰ ਵੱਲ ਵੇਖਿਆ ਹੀ ਨਹੀਂ ਪਰਤ ਕੇ, ਕੋਈ ਚੱਜ ਨਾਲ ਆਪਣਾ ਬੱਚਾ ਨਹੀਂ ਜੰਮ ਸਕਿਆ, ਕੋਈ ਵਿਆਹ ਨਹੀਂ ਸਕਿਆ ਸੀ। ਉਹ ਵੀ ਦੌਰ ਸੀ ਇੱਕ ਸਿੱਖਾਂ ਤੇ। ਇਹ ਸਾਰਾ ਕੁਝ ਆਪਣੇ ਤਨ ਤੇ ਹੰਢਾਇਆ ਤੇ ਜਿੱਥੇ ਜਿੱਥੇ ਗੁਰੂ ਸਾਹਿਬਾਨਾਂ ਨੇ ਚਰਨ ਪਾਏ ਕਰੋੜਾਂ ਰੁਪਇਆ ਲਾ ਕੇ ਸਿੱਖਾਂ ਨੇ ਗੁਰਦੁਆਰੇ ਬਣਾਏ। ਸਾਡਾ ਰਾਜ ਆਇਆ ਖਾਲਸੇ ਦਾ, ਮਹਾਰਾਜਾ ਰਣਜੀਤ ਸਿੰਘ ਨੇ ਕਿ ਗੁਰੂ ਘਰਾਂ ਦੇ ਪ੍ਰਬੰਧ ਵਧੀਆ ਚੱਲਣ। ਇੱਥੇ ਆਇਆ ਗਿਆ ਮੁਸਾਫਰ ਸੰਗਤ ਰੂਪ ਭੁੱਖਾ ਨਾ ਜਾਏ, ਉਹਨੂੰ ਰਹਿਣ ਬਸੇਰੇ ਲਈ ਚੰਗਾ ਪ੍ਰਬੰਧ ਮਿਲੇ, ਜਿਹਦੇ ਕਰਕੇ ਬੜੀਆਂ ਬੜੀਆਂ ਜਗੀਰਾਂ ਲਗਾਈਆਂ ਗਈਆਂ ਗੁਰੂ ਘਰਾਂ ਨਾਲ। ਸਮੇਂ ਨੇ ਇੱਕ ਕਰਵਟ ਇਹ ਲਈ ਕਿ ਜਦੋਂ ਸਿੱਖਾਂ ਦਾ ਕਤਲੇਆਮ ਹੋ ਰਿਹਾ ਸੀ, ਪੱਤਾ ਪੱਤਾ ਸਿੰਘਾਂ ਦਾ ਵੈਰੀ ਸੀ ਤੇ ਜਿਸ ਸਮੇਂ ਸਿੰਘ ਘਰਾਂ 'ਚ ਗੁਰਦੁਆਰਿਆਂ 'ਚ ਆਉਣ ਤੋਂ ਅਸਮਰੱਥ ਸਨ, ਉਦੋਂ ਸਾਡੇ ਗੁਰੂ ਘਰਾਂ ਦਾ ਪ੍ਰਬੰਧ ਨਿਰਮਲਿਆਂ ਨੇ, ਮਹੰਤਾਂ ਨੇ ਤੇ ਉਦਾਸੀਆਂ ਨੇ ਸਾਂਭਿਆ। ਇਹ ਸਾਰੇ ਮਾੜੇ ਨਹੀਂ ਸੀ ਹੁੰਦੇ। ਸਮਾਂ ਪਾ ਕੇ ਹੀ ਜ਼ਿੰਦਗੀ ਦੇ ਅੰਦਰ ਗਿਰਾਵਟ ਆਉਂਦੀ ਆ ਤੇ ਉਹ ਸਮਾਂ ਇਦਾਂ ਦਾ ਸੀ, ਕੋਈ ਸਕੂਲ, ਕੋਈ ਕਾਲਜ, ਕੋਈ ਹੋਰ ਚਾਟਸਾਲ ਜਾਂ ਵਿਦਿਆਲਿਆ ਨਹੀਂ ਹੋਣਾ ਜਿੱਥੇ ਆਪਾਂ ਧਾਰਮਿਕ ਖੁਰਾਕ ਲੈਣ ਲਈ ਗੁਰੂ ਦੀ ਹਜ਼ੂਰੀ ਜਾਇਆ ਕਰਨਾ। ਉੱਥੇ ਬੱਚਿਆਂ ਨੂੰ ਜਿਹੜੀ ਸੀ ਦੁਨਿਆਵੀ ਪੜ੍ਹਾਈ ਵੀ ਉੱਥੇ ਸਿਖਾਈ ਜਾਂਦੀ ਸੀ। ਸੋ ਇਹ ਸਾਰੇ ਪ੍ਰਬੰਧ ਇਹਨਾਂ ਨੇ ਸੰਭਾਲੇ ਤੇ ਸਿੱਖਾਂ ਦਾ ਭਰੋਸਾ ਵੀ ਸੀ। ਇਹਨਾਂ ਨੇ ਬੜੀ ਤਨਦੇਹੀ ਨਾਲ ਗੁਰੂ ਘਰਾਂ ਦੇ ਪ੍ਰਬੰਧਾਂ ਨੂੰ ਸੰਭਾਲਿਆ। ਆਏ ਗਏ ਦੀ ਸੇਵਾ ਕਰਨੀ, ਬਾਣੀ ਦੇ ਲੜ ਲਾਉਣਾ, ਆਪ ਨਾਮ ਨੂੰ ਕਮਾ ਕੇ ਉੱਚਾ ਜੀਵਨ ਬਣਾਉਣਾ। ਪਰ ਜਿਉਂ-ਜਿਉਂ ਸੰਗਤ ਜੀ ਇਹਨਾਂ ਦੇ ਇਖਲਾਕ 'ਚ ਗਿਰਾਵਟਾਂ ਆਈਆਂ, ਕਿਉਂਕਿ ਗੋਰਿਆਂ ਨੇ ਆ ਕੇ ਦੇਸ਼ ਨੂੰ ਗੁਲਾਮ ਕੀਤਾ ਤੇ ਇਹਨਾਂ ਦਾ ਇੱਕ ਜਿਹੜਾ ਸੀ ਭਾਈਵਾਲ ਆਪਸ ਵਿੱਚ ਬਣਦੇ ਆ। ਕਿਉਂਕਿ ਅੰਗਰੇਜ਼ ਸਰਕਾਰ ਨੇ ਇਹ ਵੇਖ ਲਿਆ ਸੀ ਕਿ ਸਿੱਖਾਂ ਨੂੰ ਤੋਪਾਂ ਨਹੀਂ ਮਾਰ ਸਕੀਆਂ, ਸਿੱਖਾਂ ਨੂੰ ਗੋਲੀਆਂ ਨਹੀਂ ਮਾਰ ਸਕੀਆਂ, ਸਿੱਖਾਂ ਨੂੰ ਜੇਲ੍ਹਾਂ 'ਚ ਕੈਦ ਕੀਤਾ, ਇਹ ਤਾਂ ਵੀ ਚੜ੍ਹਦੀ ਕਲਾ 'ਚ ਰਹੇ। ਹਾਂ, ਸਿੱਖ ਮਰ ਸਕਦੇ ਆ, ਇਹਨਾਂ ਨੂੰ ਗੁਰਦੁਆਰਿਆਂ ਨਾਲੋਂ ਤੋੜ ਦਿਓ। ਕਿਉਂਕਿ ਜਦੋਂ ਇਹ ਗੁਰੂ ਦੀ ਹਜ਼ੂਰੀ 'ਚ ਬਹਿੰਦੇ ਆ, ਗੁਰੂ ਦੀ ਵਿਚਾਰਧਾਰਾ ਤੇ ਤੁਰਦੇ ਆ ਤੇ ਇੱਕ ਇੱਕ ਫਿਰ ਹਜ਼ਾਰਾਂ ਤੇ ਭਾਰੂ ਪੈ ਜਾਂਦਾ। ਤੇ ਅੱਜ ਉਹ ਕਾਮਯਾਬ ਹੋਏ ਨੇ। ਅੱਜ ਬੇਸ਼ੱਕ ਗੁਰਦੁਆਰੇ 'ਚ ਅਸੀਂ ਆਪ ਹੀ ਬੈਠੇ ਆ, ਪਰ ਵੇਖੋ ਸਾਡੇ ਗੁਰਦੁਆਰੇ ਇਹਨਾਂ ਨੇ ਖਾਲੀ ਕਰਤੇ। ਤੁਸੀਂ ਕਹੋਗੇ ਉਹ ਕਿਵੇਂ? ਸਾਨੂੰ ਸੰਗਤ ਜੀ ਇਹਨਾਂ ਨੇ ਉਹ ਕੁਝ ਦਿੱਤਾ ਖਾਣ ਨੂੰ, ਪਾਉਣ ਨੂੰ, ਪੱਬਾਂ, ਕਲੱਬਾਂ ਜੋ ਵੀ ਸੀ, ਇਹ ਸਭ ਵੈਸਟਰਨ ਕਲਚਰ ਸਾਡੇ ਹਿੰਦੁਸਤਾਨ 'ਚ ਆਇਆ। ਇੱਕ ਵਿਸ਼ਵੀਕਰਨ ਹੋਇਆ, ਗਲੋਬਲਾਈਜੇਸ਼ਨ ਦੀ ਅਸੀਂ ਜਦੋਂ ਗੱਲ ਕਰਦੇ ਹਾਂ, ਉਹਦੇ ਵਿੱਚ ਜਿਹੜੀਆਂ ਜਾਤਾਂ ਦੀ ਜਾਂ ਜਿੰਨੀਆਂ ਕੌਮਾਂ ਦੀ ਘੱਟ ਗਿਣਤੀ ਹੁੰਦੀ ਆ, ਉਹ ਆਪਣਾ ਪਹਿਰਾਵਾ ਵੀ ਭੁੱਲ ਜਾਂਦੀ, ਆਪਣਾ ਸੱਭਿਆਚਾਰ ਵੀ ਭੁੱਲ ਜਾਂਦੀ, ਆਪਣੇ ਧਰਮ ਦੇ ਖੇਤਰ ਵਿੱਚ ਜਿਉਣਾ ਭੁੱਲ ਜਾਂਦੀ। ਤੇ ਉਹ ਸਭ ਕੁਝ ਅੱਜ ਸਿੱਖਾਂ ਨਾਲ ਹੋਇਆ। ਅੱਜ ਸਿੱਖਾਂ ਦੀਆਂ ਧੀਆਂ ਦੇ ਪੁੱਤਰਾਂ ਦੇ ਪਹਿਰਾਵੇ ਵੇਖੋ ਵੈਸਟਰਨ ਹੋ ਗਏ। ਸਾਨੂੰ ਪੰਜਾਬੀ ਸੂਟ ਅੱਜ ਮਾੜੇ ਲੱਗਦੇ, ਮਾਫ ਕਰਿਓ। ਸਿਰਾਂ ਤੇ ਪੱਗਾਂ ਮਾੜੀਆਂ ਲੱਗਦੀਆਂ, ਦੁਮਾਲੇ ਮਾੜੇ ਲੱਗਦੇ ਸੀ, ਟੋਪੀਆਂ ਤੇ ਆ ਗਏ। ਕਾਰਨ ਕੀ? ਕਿਉਂਕਿ ਗੋਰਿਆਂ ਨੇ ਸਾਡੀ ਮਾਨਸਤਾ ਅੱਜ ਗੁਲਾਮ ਕੀਤੀ। ਅੱਜ ਅਸੀਂ ਤਨ ਕਰਕੇ ਆਜ਼ਾਦ ਹਾਂ, ਪਰ ਅਸੀਂ ਮਾਨਸਤਾ ਕਰਕੇ ਅੱਜ ਗੁਲਾਮ ਹੋ ਗਏ ਤੇ ਉਹ ਕਾਮਯਾਬ ਹੋਏ ਆਪਣੇ ਇਸ ਕਹਿ ਲਓ ਕਿ ਦੌਰ ਦੇ ਅੰਦਰ। ਇੱਕ ਸਮਾਂ ਸੀ ਜਦੋਂ ਗੋਰੇ, ਤੁਸੀਂ ਬਾਹਰ ਜਾਓਗੇ, ਵੀਰ ਮੇਰੇ ਬੈਠੇ ਆ, ਗੋਰਿਆਂ ਦੀਆਂ ਚਰਚਾਂ ਖਾਲੀ ਹੋ ਗਈਆਂ ਵਿਦੇਸ਼ਾਂ ਅੰਦਰ, ਕੋਈ ਨਹੀਂ ਜਾਂਦਾ। ਉਹ ਲੋਕ ਬਹੁਤ ਨਾਸਤਿਕ ਜੇ ਲੋਕ ਨੇ, ਉਹਨਾਂ ਦੀਆਂ ਚਰਚਾਂ ਜਾਂ ਤੇ ਉੱਥੋਂ ਦੇ ਹਸਪੀਟਲ ਬਣ ਗਏ ਜਾਂ ਖੰਡਰਾਤ ਬਣ ਗਈਆਂ ਤੇ ਜਾਂ ਸਿੱਖਾਂ ਨੇ ਖਰੀਦ ਕੇ ਉੱਥੇ ਗੁਰਦੁਆਰੇ ਉਸਾਰਨੇ ਸ਼ੁਰੂ ਕੀਤੇ। ਪਹਿਲਾ ਗੁਰਦੁਆਰਾ ਸੰਤ ਬਾਬਾ ਅਤਰ ਸਿੰਘ ਜੀਆਂ ਦੇ ਕਹਿਣ ਦੇ ਉੱਤੇ ਜਿਹੜਾ ਬਣਿਆ ਸੀ, ਉਹ ਵੀ ਚਰਚ ਲੈ ਕੇ ਮੁੱਲ ਤੇ ਉੱਥੇ ਗੁਰਦੁਆਰਾ ਸਾਹਿਬ ਬਣਾਇਆ ਗਿਆ ਸੀ। ਇਹੀ ਦੌਰ ਅੱਜ ਪੰਜਾਬ 'ਚ ਚੱਲਿਆ। ਇੱਕ ਗੱਲ ਹੋਰ ਸੁਣੋ, ਕਿਉਂਕਿ ਇਹ ਸਾਰੇ ਕਾਰਨ ਨੇ। ਹਿੰਦੂ ਧਰਮ ਪ੍ਰਚਾਰਕ ਧਰਮ ਨਹੀਂ, ਮੁਸਲਮਾਨ ਧਰਮ ਵੀ ਪ੍ਰਚਾਰਕ ਧਰਮ, ਪਰ ਉਹਨਾਂ ਨਹੀਂ ਜਿੰਨਾ ਸਿੱਖ ਧਰਮ ਪ੍ਰਚਾਰਕ ਧਰਮ ਹੈ। ਇਸ ਕਰਕੇ ਇਸ ਨੂੰ ਢਾਹ ਬੜੀ ਲੱਗੀ। ਸ਼ਾਇਦ ਕੱਲ ਆਪਾਂ ਗੱਲ ਕੀਤੀ ਨਾ ਕਿ ਇਹ ਗੁਰੂ ਸਾਹਿਬ ਪੂਜਣ ਦਾ ਵਿਸ਼ਾ ਨਹੀਂ। ਮਹਾਰਾਜ ਕਹਿੰਦੇ
जिचर शब्द ना करे विचार, डिठे मुगत ना होवे। जदों तक असी केवल गुरु बाणी नूं वेखदे रवांगे, रुमाले चक चक के वेखदे रवांगे, महाराज कहंदे तुहाडा भला नहीं होना जब तक शब्द दी विचार नहीं आपां करदे। हुण शब्द दी विचार साडी कौम भुल गई। जिस कौम नूं महाराज ने एक प्रचारक धर्म थापिया सी, ਉਹ प्रचार दे विच निघार आया, प्रचार नूं सुनन वालियां विच निघार आया, ते अज आपां किसे होर ही ਜਿਹੜੇ ਆ ਉਹ ਪੈਂਡੇ ਤੇ ਤੁਰ ਪਏ ਆ। ਹੁਣ ਆਓ ਫਿਰ ਮੁੜੀਏ ਆਪਾਂ। ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਉਂਦਾ ਤੇ ਬੜੀਆਂ ਭਾਰੀਆਂ ਇੱਥੋਂ ਤੱਕ 5000 ਏਕੜ ਜ਼ਮੀਨ ਨਨਕਾਣਾ ਸਾਹਿਬ ਦੇ ਨਾਮ ਲਗਾਈ ਗਈ, ਕਿਉਂਕਿ ਗੁਰੂ ਸਾਹਿਬ ਦੀ ਚਰਨ ਛੋਹ ਤੇ ਉੱਥੇ ਆਗਮਨ ਉਹ ਧਰਤੀ ਹੈ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਨ ਥਾਪਣ ਸੋਆ। ਸੰਗਤ ਜੀ ਫਿਰ ਇੱਕ ਹੋਰ ਗੋਰਿਆਂ ਨੇ ਤੇ ਲਾਲਾ ਲਾਜਪਤ ਦੀ, ਕਿਉਂਕਿ ਜਦੋਂ ਅਸੀਂ ਅੱਗੇ ਗੱਲ ਚੱਲਣੀ ਹੈ ਇਹਦੇ ਵਿੱਚ ਮਹਾਤਮਾ ਗਾਂਧੀ ਵੀ ਆਉਣਾ, ਇਹਦੇ ਵਿੱਚ ਜਿੰਨੇ ਹਿੰਦੂ ਆਗੂ ਸੀ ਇਹ ਸਾਰੇ ਆਉਣੇ ਆ। ਇਹ ਉੱਤੋਂ ਤੋਂ ਕਹਿੰਦੇ ਸੀ ਅਸੀਂ ਇੱਕੋ ਹੀ ਆ, ਤੇ ਪਰ ਵਿੱਚੋਂ ਵਿੱਚੋਂ ਮਹੰਤਾਂ ਨਾਲ ਰਲ ਕੇ ਸਾਡਾ ਖੁਰਾ ਖੋਜ ਮਕਾਉਣਾ ਚਾਹੁੰਦੇ ਆ। ਹੁਣ ਗੋਰਿਆਂ ਨੇ ਇੱਕ ਐਕਟ ਪਾਸ ਕੀਤਾ, ਅੱਜ ਵੀ ਇਹ ਬਹੁਤ ਜ਼ਿਆਦਾ ਪ੍ਰਬਲ ਹੈ ਕਿ ਕਿਸੇ ਦੀ ਜਾਇਦਾਦ ਦੇ ਜੇ ਤੁਸੀਂ 10-12 ਸਾਲ ਰਹਿ ਕੇ ਉੱਥੇ ਆਪਣਾ ਵਸੇਰਾ ਕਰ ਲਿਆ ਤੇ ਉਹ ਜਾਇਦਾਦ ਤੁਹਾਡੀ ਹੋ ਜਾਏਗੀ। ਇਹ ਗੋਰਿਆਂ ਨੇ ਐਕਟ ਲਿਆਂਦਾ ਸੀ ਮਹੰਤਾਂ ਦੇ ਕਹਿੰਦੇ ਕਿ ਜਿਹੜੇ ਮਹੰਤ ਪਿਛਲੇ 25-20 ਸਾਲਾਂ ਤੋਂ ਗੁਰਦੁਆਰਿਆਂ ਦੀਆਂ ਜ਼ਕੀਰਾਂ ਨੂੰ ਸਾਂਭ ਰਹੇ ਆ, ਉਹਨਾਂ ਦੀ ਮਲਕੀਅਤ ਇਹਨਾਂ ਨੂੰ ਦਿੱਤੀ ਜਾਏ। ਤੇ ਇਦਾਂ ਹੋਇਆ। ਉਹਨਾਂ ਨੇ ਫਿਰ ਨੇਸ ਤੋਂ ਨਬੂਦ ਕਰਨਾ ਸ਼ੁਰੂ ਕੀਤਾ, ਜਿਹੜਾ ਖੁਰਦ ਬੁਰਦ ਕਰਨੀਆਂ ਸ਼ੁਰੂ ਕੀਤੀਆਂ, ਗੁਰੂ ਘਰ ਦੀਆਂ ਜਾਇਦਾਦਾਂ ਵੇਚੀਆਂ। ਮਾਫ ਕਰਿਓ, ਜਿਸ ਗੁਰੂ ਘਰ ਦੇ ਵਿੱਚ ਸਾਨੂੰ ਪ੍ਰਭ ਕੀ ਸ਼ਰਨ ਸਗਲ ਭੈ ਲਾਥੇ, दुख बिन से सुख पाया, जिस गुरु घर मत्था टेके ठाकुर तुम सरनाई आया, उतर गयो मेरे मन का संसा जब ते दर्शन पाया। जिस गुरु घर आके सच है गुरु महाराज कहते ने, जो शरण आवे तिस कंठ लावे एह बिरद स्वामी संधा। जिस गुरु घर मत्था टेके सानू ये दातां प्राप्त हुंदियां सी, उस गुरु घरां च साडियां धीआं भैणां बीबियां दी इज्जत रुड़न लगी। उस गुरु घर दे विच सानू धक्के वजन लगे, उस गुरु घर दे विच मत्था टेकन तो सिख औखे होण लगे। ये सब कुछ महंतां दे समय होया। इन्हां ने शरेआम अपने नाल जड़ियां सी वो वेशवावां नाच नचन वालियां कंजरियां रखनियां शुरू कीतियां। शरेआम इन्हां ने माझे दे ते होर पठाना रूपी जां जिन्ने गुंडे नाल रखने शुरू कीते। एक पासे कहंदे सी असीं सिखां नाल आ, दूजे पासे सिखां दा खुरा खोज मकाउणा चाहुंदे। ਉਹ ਗੱਲ ਜਿਹੜੀ ਗੁਰੂ ਸਾਹਿਬ ਬਾਣੀ ਚ ਕਰਦੇ, ਕਾਲ ਨਾਹੀ ਜੋਗ ਨਾਹੀ ਨਾਹੀ ਸਤ ਕਾ ਧੱਬ ਥਾ ਨਸ਼ਟ ਜਗ ਭ੍ਰਸ਼ਟ ਹੋਏ ਡੂਬਤਾ ਇਵ ਜਗ, ਉਹ ਹਾਲ ਹੋਣ ਲੱਗਾ ਸੰਗਤ। ਹੁਣ ਜਦੋਂ ਬਹੁਤ ਨੇ, ਕਿਉਂਕਿ ਦੇਖੋ ਜਿਹੜੀ ਲਿਖਤ ਵਿੱਚ ਗੱਲ ਆਉਂਦੀ ਉਹ ਤਾਂ 5-6 ਹੀ ਆਉਂਦੀਆਂ, ਨਨਕਾਣਾ ਸਾਹਿਬ ਦੀ ਜਾਂ ਗੁਰਦੁਆਰਾ ਤਰਨਤਾਰਨ ਸਾਹਿਬ ਜਾਂ ਹਰਮੰਦਰ ਸਾਹਿਬ, ਇਹ ਸਭ ਕੁਝ ਮਹੰਤਾਂ ਦੇ ਕਬਜ਼ੇ 'ਚ ਇੱਕ ਸਮੇਂ ਹੋ ਗਿਆ ਸੀ। ਹੁਣ ਉਸ ਤੋਂ ਜਦੋਂ ਅਸੀਂ ਥੋੜਾ ਜਿਹਾ ਪਿਛੋਕੜ ਵੇਖਣਾ, ਗੁਰੂ ਨਾਨਕ ਜੀ ਤੋਂ ਥੋੜਾ ਸ਼ੁਰੂ ਕਰਨਾ, ਕਿਉਂਕਿ 5 ਗੁਰੂ ਸਾਹਿਬਾਨਾਂ ਤੱਕ ਉਹ ਮੇਨ ਗੁਰਦੁਆਰੇ ਜਿਨ੍ਹਾਂ ਤੇ ਕਾਬਜ ਇਹ ਮਹੰਤ ਹੋਏ, ਤੇ ਸਿੱਖਾਂ ਨੇ ਆਪਣੇ ਰਤ ਨੂੰ ਖੂਨ ਨੂੰ ਡੋਲ ਕੇ ਸੰਗਤ ਜੀ ਫਿਰ ਇਹਨਾਂ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਇਆ। ਤੇ ਉਸ ਸਮੇਂ ਜੋ ਇਸ ਲਹਿਰ ਨੂੰ ਨਾਮ ਦਿੱਤਾ ਸੀ ਗੁਰਦੁਆਰਾ ਸੁਧਾਰ ਲਹਿਰ, ਸ਼੍ਰੋਮਣੀ ਕਮੇਟੀ ਅਕਾਲੀ ਦਲ ਤੇ ਇੱਕ ਅਕਾਲੀ ਦਲ, ਇਹ ਦੋ ਇਹਦੇ ਵਿੱਚੋਂ ਲਹਿਰਾਂ ਨਿਕਲੀਆਂ ਸੀ। ਅੱਜ ਵਾਲੀ ਨਹੀਂ ਸੀ ਅਕਾਲੀ ਦਲ, ਉਹ ਮਰ ਜੀਵੜੇ ਸੀ ਜਿਹੜੇ ਸਿਰ ਦੀ ਬਾਜੀ ਲਾ ਕੇ ਆਪਣੇ ਖੂਨ ਦੇ ਨਾਲ ਸੱਚੇ ਵੇ ਸਾਨੂੰ ਗੁਰਦੁਆਰੇ ਆਜ਼ਾਦ ਕਰਾ ਕੇ ਦੇ ਕੇ ਗਏ। ਮੈਨੂੰ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਮਹਾਂਪੁਰਖ ਉਦੋਂ ਧਰਤੀ ਤੇ ਸਨ, ਮਸਤੂਆਣਾ ਸਾਹਿਬ ਬੈਠੇ, ਉਹਨਾਂ ਦੀ ਇੱਕ ਗੱਲ ਨਹੀਂ ਭੁੱਲਦੀ ਸੰਗਤ ਜੀ। ਜਦੋਂ ਇਹਨਾਂ ਨੇ ਮਹੰਤਾਂ ਕੋਲੋਂ ਗੁਰਦੁਆਰੇ ਆਜ਼ਾਦ ਕਰਵਾਏ ਨਾ ਜੀ, ਹਰਪਾਲ ਸਿੰਘ ਪੰਨੂ ਦੀ ਇਹ ਲਿਖਤ ਹੈ ਤੇ ਉਹਦੇ ਲੈਕਚਰਾਂ 'ਚ ਇਹ ਗੱਲ ਪਈ ਆ। ਉਹਨੇ ਜਦੋਂ ਮਹਾਂਪੁਰਖਾਂ ਕੋਲ ਗਏ ਕਿ ਮਹਾਂਪੁਰਖੋ ਸਾਨੂੰ ਗੁਰਦੁਆਰੇ ਦੀਆਂ ਚਾਬੀਆਂ ਮਿਲ ਗਈਆਂ, ਗੁਰਦੁਆਰੇ ਦਾ ਪ੍ਰਬੰਧ ਮਿਲ ਗਿਆ, ਉਹ ਕਹਿਣ ਲੱਗੇ ਫੇਰ ਕਹਿੰਦੇ ਤੁਸੀਂ ਕਰੋ ਕਿ ਤੁਸੀਂ ਸਾਡੇ ਮੇਨ ਬਾਣੀ ਦੇ ਰਸੀਏ ਹੋ, ਅਸੀਂ ਤੁਹਾਡੇ ਕੋਲੋਂ ਅਰਦਾਸ ਕਰਾ ਕੇ ਤੇ ਇਹ ਸਾਰੀ ਗੁਰੂ ਘਰਾਂ ਦੀ ਅਗਵਾਈ ਲੈਣਾ ਚਾਹੁੰਦੇ ਆ। ਤੇ ਮਹਾਂਪੁਰਖਾਂ ਨੇ ਇੱਕ ਗੱਲ ਕਹੀ ਸੀ, ਉਹਨਾਂ ਕੋਲੋਂ ਤਾਂ ਛਡਾਲੇ ਨੇ ਪਰ ਤੁਹਾਡੇ ਕੋਲ ਛਡਾਣੇ ਔਖੇ ਹੋ ਜਾਣੇ ਆ। ਧਿਆਨ ਨਾਲ ਸੁਣਿਓ, ਮਹਾਂਪੁਰਸ਼ਾਂ ਦੇ ਬਚਨ ਨੇ ਕਿ ਉਹਨਾਂ ਕੋਲੋਂ ਤੇ ਛਡਾਲੇ ਤੁਸੀਂ
पर तुहाडे कोलों छडाने औखे हो जाने। अज वेखो अज वो हाल होया कि नहीं होया। अज सारे गुरु घरां दा प्रबंध किन्हां ने सामिया ते अज रोल के रखता साडी मर्यादा नूं, साडे कलंडरां नूं, साडे सिद्धांतां नूं। उत्तों बंदी ਸਿੰਘਾਂ दी रिहाई भी मंगदे आ, पर विचों विचों ओही सरकारां ਜਿਹੜੀਆਂ 25 साल राज करके भी एक वारी नहीं सी मुख तो बोलियां कि साडे अपने आ। ये सब कुछ चलता जा रहा ते चलता रहना है। हुण गुरु नानक देव महाराज जी जिस धरती ते अपना आगमन लैंदे आ जी, जिथे बाबा पैर धरे पूजा आसन थापन सुआसी पढ़िया। महाराज सच्चे पिता कहते सा धरती पई हरियावली जिथे मेरा सतगुर बैठा आए, से जंत पे हरियावले जिनी मेरा सतगुर देखिया जाए। गुरु नानक सच्चे पिता जी अपनी होंद दे अंदर करतारपुर साहब भी वसाउंदे आ। गुरु नानक जी करतारपुर दी धरती ते बाबे लहणे नूं गुरु अंगद बना के खडूर साहब भेज दिंदे। इतिहास नूं ध्यान नाल सुणियो संगत जी। जदों गुरु साहब सच्चे पिता इस मातलोक विच विचरे ते बहुत लंबा समा महाराज उदासियां करते रहे। फिर वडेरी उम्र च आके जिथे गुरु साहब करतारपुर वसाउंदे आ उत्थे वसेरा करदे आ। 18 साल खेती करदे आ। हुण तुसीं एक गल होर नोट करो, गुरु अंगद दे पिता पहला गुरु बन जाते आ, पर खडूर साहब बाद विच जाके वसा के ते उत्थे भी एक नगर वसाउंदे आ सोहना। खडूर साहब की धरती दे तीजे पातशाह बाबा अमरदास जी आउंदे आ, 12 साल गागर ढोंदे आ, होर बेअंत सेवावां करदे आ ते गुरु पद नूं पा के ते गुरु बनन तो बाद गोइंदवाल साहब वसाउंदे आ जाके। गोइंदवाल साहब एक गोइंदा खत्री होया, उहदे कहण ते वसिया ते गुरु महाराज जी ने परमात्मा दे नाम ते वसाया कि गोइंदवाल गोबिंदपुरी सम जलन तीर बेपास बनायो। गोइंदवाल दी धरती ते बाबा जेठा गुरु रामदास जी तकरीबन 24 साल सेवा करदे आ। पहला सिख रूप, फिर जवाई बन के भी सेवा की, पर कदे चितारिया ना सी इस घर दे जिहड़े रिश्तेदार ना। संगत जी गुरु बने ते अपनी हयाती दे अंदर ही महाराज सच्चे पिता गुरु अमरदास जिस नगर दा टक लाउंदे आ दरबार साहब हरमंदर साहब, वो अमृतसर शहर होंद विच आया। पर वो भी पहला गुरु रामदास जी गुरु बने, फिर बाद विच अमृतसर नगर गए, उस नगर नूं होंद च लिआंदा, 52 कित्ते बनाए, उत्थे सरोवर दी सेवा चली। हुण तुसीं अगे चलो, 3 पुत्र गुरु रामदास जी दे घर होए ते गुरु अर्जुन देव पिता महाराज जी नूं गुरु जिहड़ा सी वो तख्त मिलदा है, भाव गुरता गद्दी मिलदी आ। गुरु अर्जुन देव महाराज जी दी इत्थे करनी एक बारी ध्यान नाल सुणियो। गुरु अर्जुन देव सच्चे पिता महाराज जी संगत जी हरमंदर साहब बनाउंदे आ, क्योंकि जिहड़ा सरोवर है ये गुरु रामदास सच्चे पिता जी ने शुरुआत कराई, रहंदे कारज गुरु अर्जुन देव महाराज ने संपूर्ण कीते। ते इसे सरोवर दे अंदर गुरु अर्जुन देव पिता जी साईं मियाँ मीर तो नींह पत्थर रख के ते दरबार साहब बनाउंदे आ। हुण एक गल नोट कीती तुसीं, मैं क्यों ये लड़ी शुरू की, फिर सुनियो ध्यान नाल। गुरु नानक जी गुरु अंगद दे पिता पहला बनते, खडूर साहब बाद विच वसदा। फिर गुरु अमरदास जी गुरु पहला बनते आ ते फिर गोइंदवाल बाद च वसदा। गुरु रामदास जी गुरु बनते आ, फिर अमृतसर शहर होण च आउंदा है। पर गुरु अर्जुन देव पिता जी दरबार साहब पहला बना दिंदे आ ते गुरु ग्रंथ साहब बाद विच प्रकाश किया जाता है। ये तुसीं उडारी वेखो सिख इतिहास की कि कारण की महाराज सच्चे पिता जी उस दरबार साहब नूं बना रहे आ कि जिस दरबार साहब दे अंदर महाराज आप कथा करते रहे ते ओ हस्ती इस ब्रह्मांड दे अंदर जे गल करिए पहला इको एक गुरु होया जिस ग्रंथ नूं गुरु दी पदवी जान के ते गुरु साहिबाना ने आप मत्थे टेके आ। दरबार साहब का ढांचा इमारत बिल्डिंग कह लो पहला बनती आ। ते बाबा बुढ़ा जी नूं पुछया सी, बाबा बुढ़ा जी दसो प्रकाश कित्थे करिए, क्योंकि ननकाना साहब भी है ना महाराज दा, उत्थे होर बड़े गुरुद्वारे आ, कित्थे करिए। ते बाबा बुढ़ा जी ने कहा सी भावें किन्ने भी स्थान ने पर तुसी इन्हां दा प्रकाश जिहड़ा श्री दरबार साहब करो। ये बाबा बुढ़ा जी दे कहण ते होया सी संगत। सो ये गुरुद्वारे जिन्ने भी तुसी सुने सारे उस समय महंतां दे कब्जे च सी। नरैणू महंत जिन्हों असी कहने का नाम नरैण दास सी, ये ननकाना साहब बैठा सी। उस तो पहला तरीक ध्यान नाल सुनियो, 18 अक्तूबर 1920 की यह घटना है जदों दरबार साहब ते अकाल तख्त साहब जिहड़ा सी गुरुद्वारा सुधार लहर दे एक्ट थले इन्हां नूं आज़ाद कराया जाता है। हुण होया कि कहंदे एक भाई महताब सिंह होए ने,
ਇਹ ਪਹਿਲਾਂ ਮੁਸਲਮਾਨ ਸੀ, ਇਹਨਾਂ ਦਾ ਨਾਮ ਰੁਕਨਦੀਨ ਸੀ। ਇਹ ਅੰਮ੍ਰਿਤ ਛਕਦੇ ਆ, ਸਿੱਖ ਫਲਸਫੇ ਤੋਂ ਪ੍ਰਭਾਵਿਤ ਹੁੰਦੇ ਆ ਤੇ ਕੇਵਲ ਅੰਮ੍ਰਿਤ ਛਕ ਕੇ ਮਹਿਤਾਬ ਸਿੰਘ ਨਹੀਂ ਬਣੇ, ਸਿੱਖੀ ਦਾ ਪ੍ਰਚਾਰ ਕਰਦੇ ਰਹੇ। ਉਸ ਸਮੇਂ, ਅੱਜ ਚਲੋ ਮਹਾਰਾਜ ਦੀ ਬੜੀ ਕਿਰਪਾ ਹੈ, ਯੁੱਗ ਬਦਲਦਾ ਜਾ ਰਿਹਾ। ਉਸ ਸਮੇਂ ਨਾ ਬੇਸ਼ੱਕ ਅਸੀਂ ਅੰਮ੍ਰਿਤ ਛਕੇ ਹੁੰਦੇ ਸੀ, ਸਰਦਾਰ ਹੁੰਦੇ ਸਾਂ, ਪਰ ਲੋਕਾਂ 'ਚ ਜਾਤਾਂ ਪਾਤਾਂ ਦਾ ਬੜਾ ਜਿਹੜਾ ਜੁਲਾ ਬੈਠਾ ਹੋਇਆ ਸੀ ਅਜੇ ਵੀ ਦਿਮਾਗ ਦੇ ਅੰਦਰ, ਕਿ ਇਹ ਨੀਵੇਂ ਨੇ, ਰਮਦਾਸੀਏ ਨੇ, ਮਜ਼੍ਹਬੀ ਸਿੱਖ ਆ, ਇਹਨਾਂ ਨਾਲ ਅਸੀਂ ਬਹਿ ਕੇ ਰੋਟੀ ਨਹੀਂ ਖਾਣੀ। ਦਰਬਾਰ ਸਾਹਿਬ ਜਿੱਥੇ ਅੱਜ ਹਰ ਵਰਗ ਦਾ, ਜਾਤੀ ਦਾ ਮਨੁੱਖ ਮਾਣ ਨਾਲ ਜਾਂਦਾ, ਕਦੋਂ ਵੀ ਜਾ ਕੇ ਦੇਗ ਕਰਾ ਕੇ ਤੇ ਅਰਦਾਸ ਕਰਦਾ। ਮਹੰਤਾਂ ਨੇ 9 ਵਜੇ ਦਾ ਸਮਾਂ ਰੱਖਿਆ ਸੀ ਕਿ 9 ਵਜੇ ਤੋਂ ਬਾਅਦ ਕੋਈ ਨੀਵੀਂ ਜਾਤੀ ਵਾਲਾ ਭਾਵੇਂ ਅੰਮ੍ਰਿਤਧਾਰੀ ਹੈ, ਦਰਬਾਰ ਸਾਹਿਬ ਮੱਥਾ ਨਾ ਟੇਕਣ ਆਏ, ਉਹਦੀ ਦੇਗ ਨਹੀਂ ਪ੍ਰਵਾਨ ਕੀਤੀ ਜਾਏਗੀ। ਵੇਖੋ ਇਹ ਹਾਲਾਤ ਸਨ। ਅੱਜ ਜਿਸ ਮੈਂ ਤਾਂ ਕਹਿਣਾ, ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਸੀ, ਓਏ ਤੁਸੀਂ ਬੜੇ ਭਾਗਾਂ ਵਾਲੇ ਹੋ, ਤੁਸੀਂ ਉਹ ਸਦੀ 'ਚ ਜੰਮੇ ਹੋ, ਮਜ਼ੇ ਨਾਲ ਘਰੋਂ ਗੱਡੀਆਂ ਤੇ ਬਹਿੰਦੇ ਹੋ, ਮੱਥੇ ਟੇਕ ਕੇ ਘਰੇ ਆ ਜਾਂਦੇ ਹੋ, ਕੋਈ ਨਹੀਂ ਤੁਹਾਨੂੰ ਰਾਹ 'ਚ ਰੋਕਣ ਵਾਲਾ, ਕੋਈ ਨਹੀਂ ਤੁਹਾਡੇ ਸਿਰ ਦੀਆਂ ਬਾਜ਼ੀਆਂ ਮੰਗਣ ਵਾਲਾ। ਤਾਂ ਕਰਕੇ ਸੰਗਤ ਜੀ, ਇਹਨਾਂ ਉਪਕਾਰਾਂ ਨੂੰ ਯਾਦ ਕਰੋ ਜਿਨ੍ਹਾਂ ਸਾਨੂੰ ਸਿਰ ਦੇ ਕੇ ਅੱਜ ਇਹ ਸਮਾਂ ਬਖਸ਼ਿਸ਼ ਕੀਤਾ। ਇਹ ਸੌਖਾ ਨਹੀਂ ਮਿਲਿਆ ਸਮਾਂ। ਸੋ ਫਿਰ ਅਸੀਂ ਚਲੋ ਪਰਤ ਜਾਂਦੇ ਹਾਂ। ਕਹਿੰਦੇ ਕਿ ਮਹਿਤਾਬ ਸਿੰਘ ਜੀ ਸਿੱਖੀ ਦਾ ਪ੍ਰਚਾਰ ਕਰਦੇ ਰਹੇ ਤੇ ਜਲਿਆਂਵਾਲੇ ਬਾਗ ਵਿੱਚ ਇਹਨਾਂ ਨੇ ਅੰਮ੍ਰਿਤ ਸੰਚਾਰ ਕੀਤਾ। ਉਹਦੇ ਵਿੱਚ ਸਰਦਾਰ ਨਰਿੰਜਨ ਸਿੰਘ ਜੀ, ਉਹਦੇ ਵਿੱਚ ਖਾਲਸਾ ਕੋਚ ਦੇ ਕੁਝ ਵਿਦਿਆਰਥੀ, ਕੁਝ ਪ੍ਰੋਫੈਸਰ ਨੇ, ਬਾਬਾ ਕਿਸ਼ਨ ਜਿਹੜੇ ਸਿੰਘ ਜੀ ਹੋਏ ਨੇ, ਉਹਨਾਂ ਦੀ ਗੱਲ ਕੀਤੀ ਜਾਂਦੀ ਆ। ਹੋਰ ਜਿਹੜੇ ਸਾਧ ਸੰਗਤ ਜੀ, ਇਹ ਜਿਹੜੇ ਸਨ ਇਸ ਜੱਥੇ ਦੇ ਨਾਲ ਅੰਮ੍ਰਿਤਪਾਨ ਉਹਨਾਂ ਨੇ ਕਰਵਾਇਆ। ਪਰ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਨਾ, ਇਹਨਾਂ ਵਿੱਚੋਂ ਥੋੜਾ ਕਿ ਫਿਰ ਬੇਨਤੀ ਆ ਕਿ ਨੀਵੀਆਂ ਜਾਤਾਂ ਵਾਲੇ, ਜਿਨ੍ਹਾਂ ਨੂੰ ਉਸ ਸਮੇਂ ਸ਼ੂਦਰ ਜਾਂ ਹੋਰ ਨਾਮ ਦਿੱਤੇ ਜਾਂਦੇ ਰਹੇ, ਇਹਨਾਂ ਨੇ ਅੰਮ੍ਰਿਤਪਾਨ ਕੀਤਾ, ਖਾਲਸੇ ਵਿੱਚ ਸ਼ਾਮਲ ਹੋਏ ਤੇ ਇਹਨਾਂ ਦੇ ਮਨ 'ਚ ਸੀ ਆਪਾਂ ਦੇਗ ਲੈ ਕੇ ਨਾ ਦਰਬਾਰ ਸਾਹਿਬ ਚੱਲੀਏ ਤੇ ਮਹਾਰਾਜ ਦਾ ਸ਼ੁਕਰਾਨਾ ਕਰੀਏ, ਅਸੀਂ ਵੀ ਗੁਰੂ ਦੇ ਖਾਲਸੇ ਬਣੇ ਆ। ਸੰਗਤ ਜੀ, ਇੱਥੇ ਚੱਲ ਕੇ ਜਿਹੜੇ ਨੇ ਇਹ ਜੱਥਾ ਮਹਿਤਾਬ ਸਿੰਘ ਦੀ ਅਗਵਾਈ ਹੇਠ ਦਰਬਾਰ ਸਾਹਿਬ ਆਉਂਦਾ। ਹੱਥ 'ਚ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਫੜੀਆਂ ਨੇ ਤੇ ਮਹੰਤ ਉਸ ਸਮੇਂ ਕਾਬਜ ਨੇ ਤੇ ਇਹਨਾਂ ਨੇ ਕਿਹਾ ਜੀ ਸਾਡੀ ਦੇਗ ਪ੍ਰਵਾਨ ਕਰੋ, ਅਰਦਾਸ ਕਰੋ। ਇਹ ਖਾਲਸਾ ਬਣ ਕੇ ਗੁਰੂ ਦਾ ਆਇਆ, ਅੰਮ੍ਰਿਤਪਾਨ ਇਹਨਾਂ ਨੇ ਕੀਤਾ। ਮਹੰਤਾਂ ਨੇ ਕਿਹਾ ਸਮਾਂ ਦੇਖੋ, ਇਹ 9 ਵਜੇ ਤੋਂ ਪਹਿਲਾਂ ਆਉਂਦੇ, ਬਾਅਦ ਵਿੱਚ ਇਹਨਾਂ ਦੀ ਦੇਗ ਪ੍ਰਵਾਨ ਨਹੀਂ। ਮਹਿਤਾਬ ਸਿੰਘ ਕਹਿਣ ਲੱਗਾ ਗੱਲ ਸੁਣੋ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖਾਲਸੇ ਆ ਤੇ ਤੁਸੀਂ ਇਹਨਾਂ ਤੋਂ ਘਿਰਨਾ ਕਰਦੇ ਹੋ ਕਿ ਨੀਵੀਆਂ ਜਾਤਾਂ ਵਾਲੇ। ਬਹੁਤ ਰੋਲਾ ਪਿਆ। ਉਸ ਰੋਲੇ ਨੂੰ ਸੁਣ ਕੇ ਤੇਜਾ ਸਿੰਘ ਭੁੱਚਰ, ਕਰਤਾਰ ਸਿੰਘ ਝੱਬਰ, ਤੇਜਾ ਸਿੰਘ ਚੂੜਕਾਣਾ, ਹੋਰ ਇਤ ਆਦਿਕ ਜਿਹੜੇ ਸਾਡੇ ਉਸ ਸਮੇਂ ਅਗਵਾਈ ਕਰਦੇ, ਦਲੀਪ ਸਿੰਘ ਸਾਹੋਵਾਲ ਵਰਗੇ ਇਹ ਗੁਰਸਿੱਖ ਪਿਆਰੇ ਆਏ। ਇਹਨਾਂ ਨੇ ਜਦੋਂ ਵੇਖਿਆ ਕਿ ਕਿਉਂ ਤੁਸੀਂ ਰੋਲਾ ਪਾਉਂਦੇ ਹੋ, ਤੁਸੀਂ ਸੰਗਤਾਂ ਦੀ ਦੇਹ ਕਿਉਂ ਨਹੀਂ ਪ੍ਰਵਾਨ ਕਰਦੇ, ਉਹ ਕਹਿੰਦੇ ਸੀ ਅਸੀਂ ਨਹੀਂ ਕਰਨੀ, ਕਿਉਂਕਿ ਉਹਨਾਂ ਦਾ ਬੋਲਬਾਲਾ ਸੀ ਪਿੱਛੇ ਗੋਰਿਆਂ ਦੀ ਸਰਕਾਰ, ਉਹਨਾਂ ਦੇ ਜਿਹੜੇ ਕਹਿ ਲਓ ਕਿ ਖਲੋਤੀ ਹੋਈ ਆ ਉਹਨਾਂ ਦੇ ਹੱਕ ਦੇ ਅੰਦਰ ਕਿ ਤੁਸੀਂ ਜੋ ਮਰਜ਼ੀ ਕਰੋ। ਸੰਗਤ ਜੀ, ਇੱਕ ਸਮਾਂ ਆਇਆ ਸੀ ਦਰਬਾਰ ਸਾਹਿਬ ਨੂੰ ਇਹਨਾਂ ਮਹੰਤਾਂ ਨੇ ਗੋਰਿਆਂ ਦੇ ਅੱਗੇ ਵੀ ਗਿਰਵੀ ਰੱਖਤਾ ਸੀ, ਜਿਹਨੂੰ ਜਜੀਆ ਟੈਕਸ ਕਹਿੰਦੇ ਆ ਨਾ, ਕਿ ਜਿੰਨੀ ਗੋਲਕ ਆਏ ਤੁਹਾਨੂੰ ਜਾਇਆ ਕਰੋਗੀ। ਇਹ ਵੀ ਹਾਲਾਤ ਸਿੱਖਾਂ ਤੇ ਆਏ ਸਨ, ਜਿਨ੍ਹਾਂ ਸਿੱਖਾਂ ਨੇ ਮਿਹਨਤ ਲਾ ਲਾ ਕੇ ਇਹਨਾਂ ਗੁਰੂ ਧਾਮਾਂ ਨੂੰ ਬਣਾਇਆ। ਹੁਣ ਕਰਤਾਰ ਸਿੰਘ ਝੱਬਰ ਨੇ ਗੁਰੂ ਦੀ ਹਜ਼ੂਰੀ ਵਿੱਚ ਬੈਠੇ ਭਾਈ ਸਾਹਿਬ ਦਾ ਨਾਮ ਆਉਂਦਾ ਗੁਰਬਚਨ ਸਿੰਘ, ਉਹਨਾਂ ਨੂੰ ਇੱਕ ਗੱਲ ਕਹੀ ਜੀ ਤੁਸੀਂ ਅਰਦਾਸ ਕਰੋ, ਮੁੱਖ ਵਾਕ ਲਓ। ਉਹ ਕਹਿੰਦਾ ਮੈਂ ਬਿਲਕੁਲ ਨਹੀਂ ਅਰਦਾਸ ਕਰਨੀ। ਸੰਗਤ ਜੀ, ਰੋਲਾ ਪਿਆ। ਮਹੰਤਾਂ ਨੂੰ ਇੱਕ ਗੱਲ ਕਹੀ ਸਾਡੇ ਆਗੂਆਂ ਨੇ, ਕਹਿੰਦੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੋ? ਉਹ ਕਹਿੰਦੇ ਮੰਨਦੇ ਆ, ਗੁਰੂ ਗ੍ਰੰਥ ਸਾਹਿਬ ਤੇ ਸਾਰਿਆਂ ਦਾ ਸਾਂਝਾ। ਤੇ ਫਿਰ ਕਰਤਾਰ ਸਿੰਘ ਝੱਬਰ ਕਹਿੰਦਾ ਜੇ ਮੰਨਦੇ ਹੋ ਕਿ ਗੁਰੂ ਗ੍ਰੰਥ ਸਾਹਿਬ ਜੀ ਹੈ ਤੇ ਫਿਰ ਹੁਕਮਨਾਮਾ ਲੈ ਲਓ, ਜੇ ਗੁਰੂ ਨੇ ਪ੍ਰਵਾਨ ਕਰ ਲਏ ਦੇਗ ਨੂੰ ਭੋਗ ਲਾ ਦਿਓ, ਨਹੀਂ ਤੇ ਚੁੱਪ ਕਰਕੇ ਮੁੜ ਜਾਾਂਗੇ। ਉਹ ਕਹਿੰਦੇ ਠੀਕ ਹੈ। ਰੋਲਾ ਪਿਆ। ਭਾਈ ਗੁਰਬਚਨ ਸਿੰਘ ਉੱਠ ਕੇ ਸਾਈਡ ਤੇ ਹੋ ਗਿਆ, ਕਿਉਂਕਿ ਮਹੰਤਾਂ ਦਾ ਜਿਹੜਾ ਸੀ ਪਿੱਠੂ ਸੀ। ਭਾਈ ਮਹਿਤਾਬ ਸਿੰਘ ਨੇ ਅਰਦਾਸ ਕੀਤੀ। ਸਾਡਾ ਇਤਿਹਾਸ ਕਹਿੰਦਾ ਅਰਦਾਸ ਦੇ ਬੋਲ ਸਨ ਕਿ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਿਤਾ ਗੁਰੂ ਰਾਮਦਾਸ ਕਲਗੀਧਰ ਪਿਤਾ ਜੀ, ਤੁਹਾਡੇ ਖੰਡੇ ਤੋਂ ਪੋਲ ਲੈ ਕੇ ਖਾਲਸਾ ਸਜਿਆ ਤੇ ਦੇਗ ਲੈ ਕੇ ਗੁਰੂ ਘਰ ਪਹੁੰਚਿਆ। ਤੁਸੀਂ ਮੁੱਖ ਵਾਕ ਲੈ ਕੇ ਦੱਸੋ ਕਿ ਇਹਨਾਂ ਗੁਣਹੀਣੀਆਂ ਨੂੰ ਤੁਸੀਂ ਪ੍ਰਵਾਨ ਕਰ ਲਿਆ ਕਿ ਨਹੀਂ ਕਰ ਲਿਆ। ਸੰਗਤ ਜੀ, ਸੋਠ ਮਹੱਲਾ ਤੀਜਾ ਸਿਰਲੇਖ ਹੇਠ ਮੁੱਖ ਵਾਕ ਆਇਆ, ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ, ਸਤਿਗੁਰ ਕੀ ਸੇਵਾ ਲਾਏ। ਸਤਿਗੁਰ ਕੀ ਸੇਵਾ ਉਤਮ ਹੈ ਭਾਈ, RAM ਨਾਮ ਚਿਤ ਲਾਏ, ਹਰ ਜੀਉ ਆਪੇ ਬਖਸ਼ ਮਿਲਾਏ। ਜਦੋਂ ਚੌਥੀ ਤੁਕ ਭਾਈ ਸਾਹਿਬ ਨੇ ਪੜ੍ਹੀ ਸੀ ਨਾ ਕਿ ਗੁਣਹੀਨ ਹਮ ਅਪਰਾਧੀ ਭਾਈ, ਪੂਰੇ ਸਤਿਗੁਰ ਲੈ ਰਲਾਏ।
ਜਦੋਂ ਪੂਰੇ ਸਤਿਗੁਰ ਲੈ ਰਲਾਏ ਆਇਆ, ਸਾਰੀ ਅੰਮ੍ਰਿਤਧਾਰੀ ਕੌਮ ਨੇ ਜਕਾਰੇ ਛੱਡਤੇ ਤੇ ਮਹੰਤਾਂ ਨੂੰ ਰਾਹ ਦੌੜਦਿਆਂ ਨੂੰ ਰਾਹ ਨਹੀਂ ਲੱਭਾ ਕਿ ਹੁਣ ਤੇ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਨੇ ਮੁੱਖ ਵਾਕ ਸੁਣਾ ਕੇ ਪ੍ਰਵਾਨ ਕਰ ਲਿਆ। ਉਹ ਸਮਾਂ ਸੀ 18 ਅਕਤੂਬਰ 1920 ਦਾ, ਜਦੋਂ ਦਰਬਾਰ ਸਾਹਿਬ ਮਹੰਤਾਂ ਕੋਲੋਂ ਛਡਾਇਆ। ਸੰਗਤ ਜੀ ਤੁਹਾਨੂੰ ਯਾਦ ਹੈ, 9ਵੇਂ ਪਾਤਸ਼ਾਹ ਜਦੋਂ ਇਸ ਥਾਂ ਤੇ ਜਾਂਦੇ ਆ ਤੇ ਉਦੋਂ ਵੀ ਬੇਸ਼ੱਕ ਬਾਬਾ ਪ੍ਰਿਥੀ ਚੰਦ ਦੀਆਂ ਹੀ ਔਲਾਦਾਂ ਸੀ, ਉਹਨਾਂ ਨੇ ਤਾਲੇ ਲਾਤੇ ਸੀ। ਜਿਹੜੇ ਗੁਰੂਆਂ ਨਾਲ ਇਵੇਂ ਕਰਦੇ ਆ, ਉਹ ਸਿੱਖਾਂ ਨਾਲ ਕੀ ਕਰਦੇ ਜਿਹੜੇ ਅੱਗੇ ਮਹੰਤ ਉਦਾਸੀ ਬੈਠੇ ਸਨ। ਹੁਣ ਇੱਥੋਂ ਸਾਰੀ ਸੰਗਤ ਉੱਠੀ ਤੇ ਕਹਿੰਦੇ ਚਲੋ ਅਕਾਲ ਤਖਤ ਸਾਹਿਬ ਵੀ ਅਰਦਾਸ ਕਰੀਏ। ਅੱਜ ਵੀ ਸਿੱਖਾਂ ਦਾ ਇੱਕ ਪਿਆਰ ਹੁੰਦਾ ਹੈ, ਹਰਿਮੰਦਰ ਸਾਹਿਬ ਤੋਂ ਮੱਥਾ ਟੇਕ ਕੇ ਅਕਾਲ ਤਖਤ ਸਾਹਿਬ ਜ਼ਰੂਰ ਸੰਗਤਾਂ ਮੱਥਾ ਟੇਕਦੀਆਂ। ਸਿੱਖ ਗਏ ਜੀ, ਇੱਥੇ ਵੀ ਮਹੰਤ ਬੈਠੇ ਆ ਤੇ ਕਰਤਾਰ ਸਿੰਘ ਭੁੱਚਰ ਝੱਬਰ ਕਹਿਣ ਲੱਗੇ ਕਿ ਤੁਸੀਂ ਅਰਦਾਸ ਕਰੋ। ਕਹਿੰਦੇ ਬਿਲਕੁਲ ਨਹੀਂ, ਕੱਲ ਨਹੀਂ। ਰੋਲਾ ਪਿਆ, ਉਹ ਵੀ ਅਕਾਲ ਤਖਤ ਸਾਹਿਬ ਛੱਡ ਕੇ ਚੱਲ ਗਏ। ਕਰਤਾਰ ਸਿੰਘ ਝੱਬਰ ਨੇ ਇੱਕ ਗੱਲ ਕਹੀ, ਇਹਨਾਂ ਦੇ ਪਿਓ ਦਾ ਅਕਾਲ ਤਖਤ ਸਾਹਿਬ ਨਹੀਂ, ਜਾਂਦੇ ਆ ਤੇ ਜਾਣ, ਇਹ 6ਵੇਂ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤਾ, ਇਹ ਕੌਮ ਦਾ ਏ। ਤੇਜਾ ਸਿੰਘ ਭੁੱਚਰ ਨੂੰ ਜਥੇਦਾਰ ਥਾਪਿਆ ਸੀ ਫਿਰ ਸਭ ਤੋਂ ਪਹਿਲਾਂ। ਇਹ ਮਹੰਤਾਂ ਦੀਆਂ ਜਦੋਂ ਇਹਨਾਂ ਤੋਂ ਗੁਰਦੁਆਰੇ ਛਡਾਏ ਜਾਂਦੇ ਆ, ਇੱਥੇ ਵੀ ਅਰਦਾਸਾਂ ਬੇਨਤੀਆਂ ਹੁੰਦੀਆਂ। ਸੰਗਤ ਜੀ ਚਲੋ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਸਿੱਖਾਂ ਕੋਲ ਆਇਆ। ਅਗਲੀ ਜਿਹੜੀ ਬੇਨਤੀ ਕਰਨੀ, ਕਿਉਂਕਿ ਇਹ ਗੱਲਾਂ ਤੁਹਾਨੂੰ ਤਾਂ ਸੁਣਾ ਰਿਹਾ, ਨਨਕਾਣਾ ਸਾਹਿਬ ਦਾ ਸਾਕਾ ਵੀ ਇਹਨਾਂ ਦੇ ਵਿੱਚੋਂ ਹੀ ਨਿਕਲਦਾ। ਹੁਣ ਸਾਰੇ ਮਹੰਤ ਜਿਹੜੇ ਗੁਰਦੁਆਰਿਆਂ 'ਚ ਬੈਠੇ ਨਾ, ਵੇਖੋ ਨਿੱਕੇ ਨਿੱਕੇ ਹੋਰ ਬਹੁਤ ਗੁਰਦੁਆਰੇ ਛਡਾਏ ਜਾ ਰਹੇ ਸੀ, ਮੁਹਿੰਮਾਂ ਸ਼ੁਰੂ ਕੀਤੀਆਂ ਜਾ ਰਹੀਆਂ ਸੀ, ਜਿਨ੍ਹਾਂ ਦੇ ਆਗੂ ਉਸ ਸਮੇਂ ਸਾਡੇ ਆਪਣੇ ਸਿੱਖ ਹੁੰਦੇ ਸੀ। ਤੇ ਮਹੰਤ ਜਿਹੜੇ ਵੱਡੇ ਸੀ ਕੌੜਵੇਂ, ਜਿਨ੍ਹਾਂ ਦੀ ਇੱਕ ਗੱਲ ਸੀ ਸਰਕਾਰ ਨਾਲ, ਉਹਨਾਂ ਨੂੰ ਇਹ ਹੁੰਦਾ ਸੀ ਕਿ ਕਦੇ ਸਾਡੇ ਨਾਲ ਪੰਗਾ ਲੈਣਾ, ਨੂੰ ਦਸੀਏ ਗੁਰਦੁਆਰੇ ਕਿਵੇਂ ਮਹੰਤਾਂ ਕੋਲੋਂ ਖੋਈਦੇ ਆ। ਜਿਨ੍ਹਾਂ ਵਿੱਚੋਂ ਸਭ ਤੋਂ ਸ਼੍ਰੋਮਣੀ ਕਰਤਾਰ ਸਿੰਘ ਬੇਦੀ ਤੇ ਆਪਣਾ ਨਰੈਣੂ ਮਹੰਤ ਜਿਹੜਾ ਆਉਂਦਾ। ਹੁਣ ਸਮਾਂ ਆਇਆ 1921 ਦਾ, 24 ਦਸੰਬਰ ਦੀ ਇਹ ਗੱਲ ਹੈ ਸੰਗਤ। ਕਹਿੰਦੇ ਆ ਕਿ ਅਕਾਲ ਤਖਤ ਸਾਹਿਬ ਇੱਕ ਬਹੁਤ ਵੱਡੀ ਕਾਨਫਰੰਸ ਰੱਖੀ ਜਾਂਦੀ ਆ, ਮੀਟਿੰਗ ਰੱਖੀ ਜਾਂਦੀ ਆ, ਜਿਹਦੇ ਵਿੱਚ ਸਾਡੇ ਆਗੂ ਜਿਹੜੇ ਆ ਉਹ ਆ ਕੇ ਬਹਿੰਦੇ ਆ। ਇੱਥੇ ਇਜਲਾਸ ਚੱਲਦਾ ਕਿ ਕਿਵੇਂ ਅਸੀਂ ਸ਼ਾਂਤਮਈ ਢੰਗ ਨਾਲ, ਵੇਖੋ ਲੜਾਈ ਝਗੜਾ ਨਹੀਂ, ਵੱਢ ਟੁੱਕ ਨਹੀਂ, ਬਿਲਕੁਲ ਸ਼ਾਂਤਮਈ ਤਰੀਕੇ ਨਾਲ ਅਸੀਂ ਗੁਰਦੁਆਰੇ ਮਹੰਤਾਂ ਤੋਂ ਛਡਾਈਏ ਤੇ ਜਾਂ ਇਹਨਾਂ ਨੂੰ ਕਹੀਏ ਕਿ ਜੋ ਪਿੱਛੇ ਭੁੱਲਾਂ ਕੀਤੀਆਂ ਨੇ ਉਹ ਤੁਹਾਡੀਆਂ ਬਖਸ਼ੀਆਂ ਜਾਣਗੀਆਂ, ਅੱਗੇ ਤੋਂ ਠੀਕ ਪ੍ਰਬੰਧ ਕਰੋ। ਹੁਣ ਇੱਥੇ ਨਾ ਅਕਾਲ ਤਖਤ ਸਾਹਿਬ ਤੁਹਾਨੂੰ ਪਤਾ ਉੱਪਰ ਹੈ ਥੋੜਾ, ਥੱਲੇ ਇੱਕ ਬੀਬੀ ਆਈ, ਬਹੁਤ ਰੋਂਦੀ ਹੋਈ, ਸਾਉ ਸਾਈ ਹੋਈ, ਤੇ ਸੰਗਤ ਜੀ ਉੱਚੀ ਉੱਚੀ ਇੱਕ ਗੱਲ ਉਹ ਕਹਿੰਦੀ ਆ ਕਿ ਤੁਸੀਂ ਇੱਥੇ ਬਹਿ ਕੇ ਮੀਟਿੰਗਾਂ ਕਰੀ ਜਾਂਦੇ ਹੋ, ਤੁਹਾਡੇ ਗੁਰਦੁਆਰਿਆਂ ਦੇ ਵਿੱਚ ਤੁਹਾਡੀਆਂ ਧੀਆਂ ਭੈਣਾਂ ਦੀ ਪੱਤ ਰੋਲੀ ਜਾ ਰਹੀ ਆ। ਉਹਦੇ ਕੋਲੋਂ ਜੋ ਕਹਿਣ ਹੋਇਆ ਉਹਨੇ ਕਿਹਾ। ਸਾਰੀ ਮੀਟਿੰਗ 'ਚ ਸਨਾਟਾ ਪੈ ਗਿਆ। ਮਾਈ ਨੂੰ ਲਿਆਂਦਾ। ਮਾਈ ਹੋਇਆ ਕਿ ਇਹ ਮਾਈ ਸੰਤ ਸਿੰਘ ਦੀ ਘਰ ਵਾਲੀ ਸੀ। ਸੰਤ ਸਿੰਘ ਉਹ ਸੀ ਜਿਹੜਾ ਉਸ ਸਮੇਂ ਸਿੰਘ ਸਭਾ ਲਹਿਰ ਦਾ ਆਗੂਆਂ ਵਿੱਚੋਂ ਇੱਕ ਸੀ। ਸੰਗਤ ਜੀ ਇਹਦੇ 7 ਸਾਲ ਦਾ ਪੁੱਤ ਤੇ 12-13 ਸਾਲ ਦੀ ਧੀ। ਇਹ ਹੁਣ ਦੂਜਾ ਗੁਰਦੁਆਰਾ ਹੈ ਤਰਨਤਾਰਨ ਸਾਹਿਬ ਦਾ। ਇਹਦੀ ਥੋੜੀ ਜਿਹੀ ਹਿਸਟਰੀ ਸੁਣਿਓ। 1590 ਦੇ ਵਿੱਚ ਗੁਰਦੁਆਰੇ ਦੀ ਨੀਂਹ, ਸਰੋਵਰ ਦੀ ਨੀਂਹ ਗੁਰੂ ਅਰਜੁਨ ਦੇ ਪਿਤਾ ਰੱਖਦੇ ਆ। 2 ਪਿੰਡ ਦਾ ਨਾਮ ਆਉਂਦਾ, ਉਹਦੀ ਢਾਬ ਵਾਲੀ ਜ਼ਮੀਨ ਇਹ ਪਿੰਡਾਂ ਦੀ ਗੁਰੂ ਸਾਹਿਬ ਖਰੀਦਦੇ ਆ। ਕਹਿੰਦਾ ਇੱਕ ਆਜੜੀ ਦਾ ਪੁੱਤ ਇਸ ਢਾਬ 'ਚ ਡੁੱਬ ਕੇ ਮਰ ਗਿਆ ਸੀ, ਜਿਸ ਕਰਕੇ ਲੋਕਾਂ ਇੱਥੇ ਨਹਾਉਣਾ ਬੰਦ ਕਰਤਾ। ਪਰ ਜਦੋਂ ਗੁਰੂ ਸਾਹਿਬ ਜੀ ਆ ਕੇ ਇੱਥੇ ਵਿਰਾਜਮਾਨ ਹੁੰਦੇ ਆ ਤੇ ਉਹਨਾਂ ਹੀ ਨੌਜਵਾਨਾਂ ਨੇ ਫਿਰ ਕਿਹਾ ਸੀ ਸਾਨੂੰ ਤਾਰਨ ਵਾਲਾ ਗੁਰੂ ਆ ਗਿਆ, ਜਿਸ ਕਰਕੇ ਨਗਰ ਦਾ ਤੇ ਸਰੋਵਰ ਦਾ ਨਾਮ ਹੀ ਅੱਜ ਸ਼੍ਰੀ ਤਰਨਤਾਰਨ ਸਾਹਿਬ ਕਿਹਾ ਜਾਂਦਾ। ਇੱਥੇ ਮਹਾਰਾਜ ਨੇ ਇੱਕ ਕੇਂਦਰ ਬਣਾਇਆ ਜੀ ਵੱਡਾ। ਸਖੀ ਸਰਵਰੀਆਂ ਨੂੰ ਬੜੀ ਵੱਡੀ ਸੱਟ ਮਹਾਰਾਜ ਨੇ ਇੱਥੇ ਮਾਰੀ ਸੀ। ਇੱਥੇ ਕੋੜੀਆਂ ਲਈ ਸਰੋਵਰ, ਕੋੜੀਆਂ ਲਈ ਆਸ਼ਰਮ ਤੇ ਇੱਕ ਵੱਖਰਾ ਮੁਹੱਲਾ ਬਣਾਇਆ। ਇੱਥੇ ਜਿਹੜਾ ਸਰੋਵਰ ਹੈ ਨਾ, ਸਾਡੀ ਕੌਮ ਦੇ ਅੰਦਰ ਦਰਬਾਰ ਸਾਹਿਬ ਜੀ ਨਾਲੋਂ ਵੀ ਵੱਡਾ ਸਰੋਵਰ ਹੈ। ਤੁਸੀਂ ਦਰਸ਼ਨ ਕੀਤੇ ਆ। ਭਾਈ ਕਾਹਨ ਸਿੰਘ ਨਾਭਾ ਨੇ ਮਹਾਨਕੋਸ਼ ਗ੍ਰੰਥ ਦੇ ਅੰਦਰ ਲਿਖਿਆ 990 ਫੁੱਟ ਇਹਦੀ ਜਿਹੜੀ ਆ ਉਹ ਲੰਬਾਈ ਆ ਤੇ 999 ਫੁੱਟ ਇਹਦੀ ਚੌੜਾਈ ਆ। ਐਡਾ ਭਾਰੀ ਕਹਿ ਲੋ ਕਿ ਇਹ ਸਰੋਵਰ ਆ, ਜਿਸ ਸਰੋਵਰ 'ਚ ਸਿੱਖ ਇਸ਼ਨਾਨ ਕਰਕੇ, ਧਿਆਨ ਨਾਲ ਸੁਣਿਓ, ਅਸੀਂ ਜਨਮਾਂ ਦੀ ਮੈਲ ਲਾਉਂਦੇ ਆ। ਅੱਜ ਵੀ ਕਈ ਬਿਮਾਰੀਆਂ ਜਿਸ ਸਰੋਵਰ 'ਚ ਨਹਾ ਕੇ ਠੀਕ ਹੁੰਦੀਆਂ ਨੇ, ਉਸ ਸਰੋਵਰ ਦੇ ਪਾਣੀ ਨੂੰ ਠੰਡਾ ਜਾਣ ਕੇ ਸ਼ਰਾਬ ਦੀਆਂ ਬੋਤਲਾਂ ਠੰਡੀਆਂ ਕਰ ਕਰ ਮਹੰਤ ਪੀਂਦੇ ਰਹੇ। ਇਹ ਸਿੱਖਾਂ ਦੇ ਹਾਲਾਤ ਬਣੇ ਸਾਧ ਸੰਗਤ। ਚਲੋ ਇਹ ਹੁਣ ਜਿਹੜਾ ਮਹਾਰਾਜ ਦਾ ਨਗਰ ਵਸਦਾ ਨਾ ਜੀ ਸੰਗਤ,
महाराजा रणजीत सिंह दा वेला आया, बहुत वड्डी जगीर इस गुरुद्वारे दे नाम भी लाएगी, क्योंकि किते कुड़ियां दे लई सी ते एक वखरा मुहल्ला बनाया गया। 1921-20 ਦੇ ਵਿੱਚ ਆਉਂਦਿਆਂ ਗੋਰਿਆਂ ਨੇ ਉਹ ਮਹੱਲਾ ਈਸਾਈਆਂ ਨੂੰ ਪ੍ਰਚਾਰ ਕਰਨ ਲਈ ਦਿੱਤਾ। ਇਹ ਅੱਜ ਦੇ ਨਹੀਂ, ਸਾਡੇ ਮਗਰ ਬਹੁਤ ਚਿਰ ਤੋਂ ਲੱਗੇ ਆ। ਇਹਨਾਂ ਗੋਰਿਆਂ ਨੇ ਅਜਾਇਬ ਸਿੰਘ ਜਿਹੜਾ ਸਾਡਾ ਅਜਾਇਬ ਘਰ ਹੈ ਨਾ, ਉਹਦੇ ਸਾਹਮਣੇ ਖਲੋ ਕੇ ਇਹਨਾਂ ਦੇ ਇੱਕ ਵੱਡੇ ਆਫੀਸਰ ਨੇ ਗੱਲ ਕਹੀ ਸੀ, ਕਹਿੰਦਾ ਉਹ ਸਰਦਾਰੋ ਆ ਧਿਆਨ ਨਾਲ ਆਪਣੀਆਂ ਫੋਟੋਆਂ ਵੇਖ ਲਓ, ਧਿਆਨ ਨਾਲ ਸੁਣਿਓ, ਤੁਸੀਂ ਮੇਰੇ ਬਜ਼ੁਰਗ ਸਿਆਣੇ ਬੈਠੇ ਹੋ। ਕਹਿੰਦੇ ਆਪਣੀਆਂ ਫੋਟੋਆਂ ਧਿਆਨ ਨਾਲ ਵੇਖ ਲਓ। ਕਿਉਂ? ਕਹਿੰਦਾ ਤੁਹਾਡੀਆਂ ਪੀੜ੍ਹੀਆਂ ਕਿਹਾ ਕਰਨਗੀਆਂ ਸਾਡੇ ਬਜ਼ੁਰਗ ਹੁੰਦੇ ਸੀ ਜਿਹੜੇ ਸਿਰ ਤੇ ਦਸਤਾਰਾਂ ਬੰਨ੍ਹਦੇ ਸੀ, ਅਸੀਂ ਇੱਕ ਨਹੀਂ ਰਹਿਣ ਦੇਣਾ, ਸਾਰਿਆਂ ਨੂੰ ਟੋਪੀਆਂ ਪਵਾ ਦੇਣੀਆਂ। ਸੰਗਤ ਜੀ ਹਿਰਦੇ ਬਲੁੰਦਰੇ ਗਏ ਸੀ ਉਦੋਂ ਸਿੱਖਾਂ ਦੇ, ਜਦੋਂ ਖਾਲਸਾ ਕਾਲਜ ਦੇ 4 ਵਿਦਿਆਰਥੀਆਂ ਨੇ ਸਿੱਖ ਕੌਮ ਛੱਡ ਕੇ ਟੋਪੀਆਂ ਪਾ ਲਈਆਂ, ਬਾਲ ਮੁੰਨ ਲਏ ਸੀ। ਉਦੋਂ ਇਸ ਗੁਰਦੁਆਰਾ ਸਿੰਘ ਸਭਾ ਲਹਿਰ ਹੋਂਦ ਵਿੱਚ ਆਈ ਸੀ। ਉਦੋਂ ਫਿਰ ਸਾਡੇ ਬਜ਼ੁਰਗਾਂ ਨੇ ਇੱਕ ਪ੍ਰਣ ਕੀਤਾ ਕਿ ਅਸੀਂ ਫੋਟੋਆਂ 'ਚ ਨਹੀਂ, ਅਸੀਂ ਤੁਹਾਡੇ ਖਿੱਕਾਂ ਤੇ ਦੀਵਾ ਬਾਲਾਂਗੇ। ਅੱਜ ਪ੍ਰਦੇਸ਼ਾਂ 'ਚ ਦੇਖੋ ਕੇਸਰੀ ਝੁਲਦਾ ਕਿ ਨਹੀਂ ਝੁਲਦਾ ਪਿਆ। ਇਹ ਕੌਮ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪੈਦਾ ਕੀਤੀ ਹੋਈ। ਫਿਰ ਚਲੋ ਪਰਤੀਏ ਆਪਾਂ ਸੰਗਤ, ਜਦੋਂ ਇਹਨਾਂ ਨੇ ਇਹ ਸਾਰਾ ਕੁਝ ਕੀਤਾ ਨਾ, ਮਹੰਤ ਇੱਥੋਂ ਦੇ ਕਹਿੰਦੇ ਸੀ ਸਾਡੇ ਨਾਲ ਕੋਈ ਆ ਕੇ ਵੇਖੇ, ਅਸੀਂ ਵੇਖਾਂਗੇ ਕਿਵੇਂ ਗੁਰਦੁਆਰੇ 'ਚ ਮਹੰਤ ਕੱਢੀ ਦੇ ਆ। ਇੱਥੇ ਸੰਗਤ ਭਾਈ ਲਛਮਣ ਸਿੰਘ ਧਾਰੋਵਾਲ ਜਿਹੜੇ ਨਨਕਾਣਾ ਸਾਹਿਬ ਦੇ ਜਥੇਦਾਰਾਂ ਵਿੱਚੋਂ ਇੱਕ ਸ਼ਹੀਦ ਹੋਏ, ਜਿਨ੍ਹਾਂ ਨੂੰ ਪੁੱਠਾ ਲਟਕਾ ਕੇ ਜੰਡ ਨਾਲ ਸਾੜਿਆ ਜਾਂਦਾ। ਉਹਨਾਂ ਦੇ ਪਰਥਾਏ ਜਿਹੜੇ ਨੇ ਭਜਨ ਸਿੰਘ ਜੀ ਨੇ ਸਾਡੇ ਸ਼ਹੀਦ ਕਿਤਾਬ 'ਚ ਲਿਖਿਆ, ਉਹਨਾਂ ਦਾ ਸਿਰ ਵੀ ਵੱਢਿਆ ਗਿਆ ਤੇ ਘੋੜੇ ਤੇ ਚੜ੍ਹ ਕੇ ਸਾਰਾ ਉਹਨਾਂ ਨੇ ਇਹ ਸਿਰ ਨੂੰ ਘੁਮਾਇਆ ਸੀ ਨਰੈਣੂ ਮਹੰਤ ਨੇ। ਖੈਰ ਉੱਥੇ ਅਸੀਂ ਬਾਅਦ 'ਚੋਂ ਜਾਣਾ। ਇਹ ਇੱਕ ਜੱਥਾ ਲੈ ਕੇ ਨਾ 11 ਤਰੀਕ ਨੂੰ ਤੇ 1921 ਵਿੱਚ ਇਹ ਜਦੋਂ ਇੱਥੇ ਆਉਂਦੇ ਨੇ ਤਰਨਤਾਰਨ ਸਾਹਿਬ ਕਿ ਸਾਨੂੰ ਕੀਰਤਨ ਕਰਨ ਦਿੱਤਾ ਜਾਏ, ਇਹਨਾਂ ਨੇ ਕੀਰਤਨ ਨਹੀਂ ਕਰਨ ਦਿੱਤਾ। ਫਿਰ ਥੋੜੇ ਕੁ ਚਿਰਾਂ ਬਾਅਦ ਇੱਕ ਸੇਵਕ ਜੱਥਾ ਸੀ ਸਾਡਾ, ਉਹ ਵੀ ਕੀਰਤਨ ਕਰਨ ਆਇਆ, ਮਹੰਤਾਂ ਨੇ ਉਹਨਾਂ ਨੂੰ ਵੀ ਕੀਰਤਨ ਨਹੀਂ ਕਰਨ ਦਿੱਤਾ। ਹਿੰਦੂ ਧੀ ਦੀ ਪੱਤ ਰੋਲੀ ਗਈ ਇਸ ਆਪਣੇ ਦਰਬਾਰ ਸਾਹਿਬ ਸ਼੍ਰੀ ਤਰਨਤਾਰਨ ਸਾਹਿਬ ਦੇ ਵਿੱਚ, ਕਿਉਂਕਿ ਜਿੱਥੇ ਅਸੀਂ ਮੱਥਾ ਟੇਕਦੇ ਹਾਂ ਉਹਨੂੰ ਵੀ ਦਰਬਾਰ ਸਾਹਿਬ ਵੀ ਸੰਗਤ ਕਹਿੰਦੀ ਆ। ਹੁਣ ਸੰਗਤ ਜੀ ਜਿਹੜੀ ਮੈਂ ਬੇਨਤੀ ਕੀਤੀ ਕਿ ਉਹ ਮਾਈ ਜਿਹੜੀ ਕੀਰਨੇ ਪਾਉਂਦੀ ਗਈ ਸੀ ਅਕਾਲ ਤਖਤ ਸਾਹਿਬ, ਉਹਦਾ ਇੱਕ 7 ਸਾਲ ਦਾ ਪੁੱਤ ਪਰਿਕਰਮਾ ਕਰ ਰਹੇ ਸੀ। ਜਦੋਂ ਪਤਾ ਲੱਗਾ ਨਾ ਮਹੰਤਾਂ ਨੂੰ ਇਹ ਸੰਤ ਸਿੰਘ ਦੇ ਧੀਆਂ ਪੁੱਤ ਨੇ, ਜਿਹੜਾ ਕਹਿੰਦਾ ਸੀ ਮਹੰਤੋ ਅੰਮ੍ਰਿਤ ਛਕ ਲਓ ਤੇ ਤੁਸੀਂ ਪ੍ਰਬੰਧ ਸੰਭਾਲੋ, ਪਰ ਗੁਰਸਿੱਖੀ ਆਪ ਧਾਰਨ ਕਰਕੇ ਸਿੱਖੀ ਦਾ ਪ੍ਰਚਾਰ ਕਰੋ। ਸੰਗਤ ਜੀ ਛਾਤੀ ਨਾਲ ਪੱਥਰ ਬੰਨ ਕੇ ਨਾ ਭਾਰਾ ਬੱਚੇ ਦੀ ਚੰਗੀ ਤਰ੍ਹਾਂ ਤੇ ਉਹਨੂੰ ਡੋਬ ਕੇ ਮਾਰਤਾ ਸੀ ਇਹਨਾਂ ਨੇ ਸਰੋਵਰ 'ਚ, 7 ਸਾਲ ਦੇ ਪੁੱਤ ਨੂੰ। ਉਹ ਮਾਂ ਜਿਹੜੀ ਰੋਂਦੀ ਅਕਾਲ ਤਖਤ ਸਾਹਿਬ ਗਈ ਕਿ ਤੁਸੀਂ ਮੀਟਿੰਗਾਂ ਹੀ ਕਰੀਆਂ ਜਾਣੀਆਂ ਨੇ, 13 ਸਾਲ ਦੀ ਧੀ ਨੂੰ ਕਮਰੇ 'ਚ ਬੰਦ ਕਰਕੇ ਕੁਕਰਮ ਕੀਤੇ, ਪੱਤ ਰੋਲੀ। ਇਹਨਾਂ ਵੇਖੋ ਬੇਨਤੀ ਮੈਂ ਤਾਂ ਕਰਦਾ ਕਿ ਜਿੰਨਾ ਗੁਰਦੁਆਰਿਆਂ 'ਚ ਜਾ ਕੇ ਸਾਨੂੰ ਸ਼ਾਂਤੀ ਮਿਲਣੀ ਸੀ, ਉਹਨਾਂ ਗੁਰਦੁਆਰਿਆਂ ਵਿੱਚ ਸਿੱਖਾਂ ਦੀ ਪੱਤ ਰੋਲੀ ਜਾ ਰਹੀ ਹੈ ਇਹਨਾਂ ਮਹੰਤਾਂ ਵੱਲੋਂ। ਹੁਣ ਜਦੋਂ ਇਹ ਗੱਲ 24 ਤਰੀਕ ਨੂੰ ਹੁੰਦੀ ਆ ਤੇ ਜਦੋਂ ਬੀਬੀ ਨੇ ਗੱਲ ਕਹੀ, ਸੰਗਤ ਜੀ ਸੱਚ ਵੇ ਭੁੱਬਾਂ ਨਿਕਲ ਗਈਆਂ ਸੀ ਵੱਡੇ ਵੱਡੇ ਜਰਨੈਲਾਂ ਦੀਆਂ। ਓਏ ਅਸੀਂ ਤਾਂ ਉਹ ਸੀ ਜਿਹੜੀਆਂ ਲੋਕਾਂ ਦੀਆਂ ਛਡਾ ਕੇ ਘਰਾਂ 'ਚ ਪਹੁੰਚਾਈਆਂ, ਅੱਜ ਸਾਡੀਆਂ ਨੂੰ ਗੁਰਦੁਆਰਿਆਂ 'ਚ ਰੋਲਿਆ ਜਾ ਰਿਹਾ। 25 ਤਰੀਕ ਦੀ ਸਵੇਰ ਹੋਈ ਤੇ ਉਦੋਂ ਟ੍ਰੇਨਾਂ ਚੱਲਦੀਆਂ ਸੀ। ਤੇਜਾ ਸਿੰਘ ਭੁੱਚਰ ਦਾ ਪਿਤਾ ਆਇਆ, ਆਪਣੇ ਕੋਲੋਂ ਕਿਰਾਇਆ ਦੇ ਕੇ ਕਹਿੰਦਾ ਸੀ ਪੁੱਤ ਤੈਨੂੰ ਐਵੇਂ ਨਹੀਂ ਕੌਮ ਦਾ ਆਗੂ ਬਣਾਇਆ, ਸਿਰ ਦੀ ਬਾਜੀ ਲੱਗ ਜੇ ਲਾ ਦਿਓ, ਪਰ ਮਹੰਤਾਂ ਕੋਲੋਂ ਹੁਣ ਜ਼ਰੂਰ ਗੁਰਦੁਆਰੇ ਛਡਾ ਲਓ, ਕਿਉਂਕਿ ਇਹ ਹੁਣ ਯੋਗ ਨਹੀਂ ਰਹੇ ਗੁਰੂ ਘਰਾਂ ਦੀ ਸੇਵਾ ਕਰਨ ਦੀ। 40 ਸਿੰਘਾਂ ਦਾ ਜੱਥਾ ਗਿਆ ਸੰਗਤ, ਜਿਹੜੀ ਸਵੇਰ ਦਾ ਇਹ ਵੇਲਾ ਹੁੰਦਾ। ਇਹਨਾਂ ਨੇ ਬਿਲਕੁਲ ਦੇਖੋ, ਇੱਕ ਮੈਂ ਬੇਨਤੀ ਇਹ ਕਰਦਾ, ਕੋਈ ਹੱਥ 'ਚ ਡਾਂਗਾ ਨਹੀਂ ਫੜੀਆਂ, ਕੋਈ ਬੰਦੂਕਾਂ ਨਹੀਂ, ਬਿਲਕੁਲ ਪਿਆਰ ਨਾਲ ਗੱਲ ਕਰਨ ਗਏ ਕਿ ਅਸੀਂ ਸੁਲ੍ਹਾ ਨਾਲ ਗੱਲ ਕਰਾਂਗੇ ਕਿ ਤੁਸੀਂ ਅਜੇ ਵੀ ਮੰਨ ਜਾਓ, ਤੁਸੀਂ ਬੇਸ਼ੱਕ ਪ੍ਰਬੰਧ ਸੰਭਾਲੋ, ਕਿਉਂਕਿ ਔਖੇ ਵੇਲੇ ਤੁਸੀਂ ਸਾਡੇ ਬਹੁਤ ਪ੍ਰਬੰਧ ਸੰਭਾਲੇ। ਜਦੋਂ ਇੱਧਰ ਮਹੰਤਾਂ ਨੂੰ ਪਤਾ ਲੱਗਾ ਨਾ ਜੀ, ਇਹਨਾਂ ਨੇ ਟੋਕਿਆਂ, ਛਵੀਆਂ, ਗੰਡਾਸੀਆਂ, ਤੇਲ ਦੇ ਭਰ ਭਰ ਕੇ ਪੀਪੇ ਰੱਖ ਲਏ, ਗੋਲੇ ਰੱਖ ਲਏ ਕਿ ਜਦੋਂ ਆਉਂਦੇ ਵਿਸ਼ਾਰਾ ਕਰ ਦਿਓ। ਉੱਪਰ ਮਮਟੀਆਂ ਦੇ ਉੱਤੇ ਬਨੇਰਿਆਂ ਤੇ ਇਹਨਾਂ ਨੇ ਆਪਣੇ ਬਿਠਾ ਦਿੱਤੇ, ਜਿੰਨੇ ਚੇਲੇ ਚਾਟ ਰਹੇ ਸੀ ਹੱਥ 'ਚ ਰੋੜੇ ਪੱਥਰ ਫੜਾਤੇ। ਸਵੇਰੇ 2 ਘੰਟੇ ਬਾਅਦ 8 ਵਜੇ 25 ਤਰੀਕ 1921 ਨੂੰ ਜਿਹੜਾ ਇਹ ਜੱਥਾ ਪਹੁੰਚਦਾ 40 ਸਿੰਘਾਂ ਦਾ, ਤੇਜਾ ਸਿੰਘ ਭੁੱਚਰ ਦੀ ਅਗਵਾਈ ਹੇਠ।
संगत जी पूरी शाम तक ये मीटिंग चलती रही, बड़े प्यार नाल। महंत इत्थे एक पासे मीटिंगां करते रहे, दूजे पासे मारन दीयां प्लैनिंगां करते रहे। जदों इन्हां ने कहा जी सानू समा दिता जाए, महंत कहन लगे असीं सोच लैने आ। रात के 9 बजे टाइम भी दिता विद्वानां ने। कोट वसाहू जिला गुरदासपुर का एक सिख है भाई हुकम सिंह, ध्यान नाल नाम सुनियो। एक जिहड़ा पहला शहीद होया सी ना, ये साका जिहड़ा असीं श्रवण करदे पे हां, भाई हजारा सिंह, ये अलीपुर जिहड़ा अमृतसर तरनसाल के नेड़े पिंड है, उत्थों के रहने वाले। 25 साल इहदी उम्र दसी जाती ते 75 साल की इहदी माँ सी, जिहदा पुत जिहड़ा उत्थे शहीद हुंदा है। जदों रात के 9 बजे ये दोनों जाने मत्था टेकन गए, मार दी झूरी च भाव बनायो थोड़ा जा, इन्हां ने मत्था टेकिया, बाकी सिंह नाल ने। संगत जी ने गोलियां चलानियां शुरू कर दियां। उस भाई हजारा सिंह दे ढिड दे विचों कृपान आर पार करती, मार दी झूरी च मत्था टेकदिया। सिख वाहिगुरू कहते सी पर हाथ नहीं सी अगे चुकते, क्योंकि उन्होंने पता सी गोरे ते अगे इन्हां नाल रले होए, इन्हां नूं मौका मिल जाना कि सिख तां फिर बागीपूणा करते पे। इत्थे भाई हजारा सिंह पहले शहीद ने, भाई हुकम सिंह दूजे शहीद ने। संगत जी खून दियां धारां वगियां, 17 सिख जख्मी होए थे, जेड़े जिन्हां ते गोलियां टकुए गंडासियां ते उत्थों इट्टां पत्थर मारे गए। हो कित्थे रहा सब कुछ? गुरुद्वारे साहब दे अंदर हो रहा, तरनताਰਨ साहब दे विच। जदों सिखां नूं पता लगा ना जी कि उत्थे ते कतलेआम हो गया, फिर मगरों होर सिख जेड़े गए, फिर मंतां नूं इत्थों दौड़दियां नूं राह ना लभा, बहुत कुछ। चलो तुहानूं पता जदों फिर शुरू हो जे इत्थे फिर संगत जी जिहड़ा सिख कौम दूजा ये गुरुद्वारा अपने हाथ लैंदी है, जोग हत्थां 'च प्रबंध आउंदा है। ते जदों भाई हजारा सिंह दा संस्कार करना सी, ये गल मैं इत्थे फिर कह के रोक देना इतिहास। कहंदे इहदी माँ विधवा सी, वड्डी उम्र 'च घर 'चों औलाद होई, ते आगूआं नूं सी कि माँ नूं पुत दा चेहरा ना दस्सिया जाए। बड़ा छल्लो छलनी करके इन्हां ने मारिया उस पुत नूं कि माँ डोल जूगी एवें। ते माँ ने ना एक गल कही सी, कह लगी मैनू एक बारी जाते बारे अपने पुत का चेहरा तो वेख लैन दो, मैं बिल्कुल नहीं डोलती, मैं चढ़ती कला च रवांगी। भाई हजारा सिंह 25 साल का नौजवान गभरू, माँ ने जदों सिर तो मरे पुत दे तो कफन, मैं शब्द वरता, कपड़ा चकिया ते एक गल कही सी, कलगी वालिया तू मेरे पुत नूं गुरुद्वारियां दे आजाद करा लई आपे तो वारन ते बख्शिश कीती, मैं अपने पुत नूं दुध पिलाया, इन्हें मेरे दुध पीते दी लाज रख ली। ये साडियां मावां सी संगत जी, जेड़े अपने पुत्तां दे कह लो कि लोथां सामने खलो के भी चढ़दी कला दी गल करदियां सी कि मैनू माण इस गल दा कि जदों इतिहास च गल चलिया करूगी ते मेरे पुत दा नाम शिखर ते होया करूगा। हुण इहदे भोग दे उत्ते कल नूं इत्थों शुरू करना है, लक्ष्मण सिंह धारूवाल ही पहुंचदा है। वो फिर प्रण करदा सी ननकाणा साहब नूं आजाद मैं करावांगा, ते उन्हें सिद्धों सिद्धी अरदास करके शहीदी अपने कोल मंगी सी। सो भुल्लां दी खिमा। वाहिगुरू जी का खालसा, वाहिगुरू जी की फतेह।